मई 2020 तक ਜ਼ਿਲ੍ਹਾ ਲੁਧਿਆਣਾ ਦੇ ਵਿੱਚ 4599 ਸੈਂਪਲ ਜਿਹੜੇ ਹੈਗੇ ਉਹਨਾਂ ਦੀ ਟੈਸਟਿੰਗ ਜਿਹੜੀ ਹੈਗੀ ਕੀਤੀ ਗਈ ਹੈ, ਜਿਹਦੇ ਵਿੱਚੋਂ 4186 ਸੈਂਪਲਾਂ ਦੀ ਰਿਪੋਰਟ ਜਿਹੜੀ ਹੈਗੀ ਸਾਨੂੰ ਪ੍ਰਾਪਤ ਸੀਗੀ ਹੈ। ਇਹਦੇ ਵਿੱਚੋਂ 3981 ਸੈਂਪਲ ਜਿਹੜੇ ਹੈਗੇ ਉਹ ਨੈਗੇਟਿਵ ਪਾਏ ਗਏ ਨੇ। 146 ਕੇਸਿਸ ਜਿਹੜੇ ਹੈਗੇ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ ਜਿਹੜੇ ਹੈਗੇ ਉਹ ਪੋਜ਼ਿਟਿਵ ਪਾਏ ਗਏ। ਇਸ ਤੋਂ ਇਲਾਵਾ 59 ਕੇਸਿਸ ਜਿਹੜੇ ਹੈਗੇ ਉਹ ਬਾਹਰਲੇ ਡਿਸਟ੍ਰਿਕਾਂ ਦੇ ਪੋਜ਼ਿਟਿਵ ਪਾਏ ਗਏ ਨੇ ਤੇ ਬਾਹਰਲੇ ਡਿਸਟ੍ਰਿਕਾਂ ਦੇ ਵਿੱਚ ਜ਼ਿਆਦਾਤਰ ਕੇਸਿਸ ਜਿਹੜੇ ਹੈਗੇ ਉਹ ਦਿੱਲੀ ਤੋਂ ਆਰਪੀਐਫ ਜਿਹੜੀ ਸਾਡੇ ਕੋਲ ਆਈ ਹੈ ਹੁਣੀ ਰੀਸੈਂਟਲੀ, ਉਹਦੇ ਵਿੱਚ ਕਾਫੀ ਜਵਾਨ ਜਿਹੜੇ ਹੈਗੇ ਉਹਨਾਂ ਦੀ ਸੈਂਪਲਿੰਗ ਕੀਤੀ ਗਈ ਸੀਗੀ, ਉਹ ਪੋਜ਼ਿਟਿਵ ਪਾਏ ਗਏ ਨੇ। ਉਹਦੀ ਸੰਖਿਆ ਜਿਹੜੀ ਹੈਗੀ ਇਹਦੇ ਵਿੱਚ ਕਾਫੀ ਜ਼ਿਆਦਾ ਹੈ। ਹੁਣ ਤੱਕ 24 ਪੇਸ਼ੈਂਟ ਜਿਹੜੇ ਹੈਗੇ ਉਹ ਕਿਉਰਡ ਡਿਕਲੇਅਰ ਕੀਤੇ ਜਾ ਚੁੱਕੇ ਨੇ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਹੀ 11 ਪੇਸ਼ੈਂਟ ਜਿਹੜੇ ਹੈਗੇ ਉਹਨਾਂ ਨੂੰ ਕਿਉਰ ਡਿਕਲੇਅਰ ਕੀਤਾ ਗਿਆ। ਕੋਟਾ ਚੋਂ ਜਿਹੜੇ 4 ਬੱਚੇ ਪੋਜ਼ਿਟਿਵ ਆਏ ਸੀਗੇ ਉਹ 2 ਨੈਗੇਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਕਿਉਰ ਡਿਕਲੇਅਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਨਾਂਦੇੜ ਤੋਂ ਵੀ ਜਿਹੜੇ ਸ਼ਰਧਾਲੂ ਆਏ ਸੀਗੇ ਉਹਦੇ ਵਿੱਚੋਂ ਵੀ 7 ਕੇਸਿਸ ਜਿਹੜੇ ਹੈਗੇ ਦੁਬਾਰਾ ਨੈਗੇਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਕਿਉਰ ਡਿਕਲੇਅਰ ਕਰਕੇ ਉਹਨਾਂ ਨੂੰ ਉਹਨਾਂ ਦੇ ਘਰੇ ਅੱਜ ਵਾਪਸ ਭੇਜਿਆ ਜਾਏਗਾ। ਹੁਣ ਜ਼ਿਲ੍ਹਾ ਲੁਧਿਆਣਾ ਦੇ ਜਿਹੜੇ ਆਪਣੇ ਐਕਟਿਵ ਕੇਸਿਸ ਹੈਗੇ ਉਹ ਇਸ ਵੇਲੇ 116 ਨੇ, ਜਿਹੜੇ ਕਿ ਸਿਵਲ ਹਸਪੀਟਲ ਤੇ ਵਰਤਮਾਨ ਜਿਹੜੀ ਫੈਸਿਲਿਟੀਆਂ ਹੈਗੀਆਂ ਉੱਥੇ ਇਸ ਵੇਲੇ ਐਡਮਿਟਡ ਨੇ ਔਰ ਉਹਨਾਂ ਦਾ ਇਲਾਜ ਜਿਹੜਾ ਹੈਗਾ ਉਹ ਚੱਲ ਰਿਹਾ ਹੈ। ਇਸ ਤੋਂ ਇਲਾਵਾ ਮੈਂ ਅੱਜ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕਲੈਰੀਫਾਈ ਕਰਨਾ ਚਾਹਾਂਗਾ। ਇੱਕ ਤਾਂ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਮੈਸੇजेस ਜਾਂ ਫਿਰ ਹੋਰ ਡਿਸਟ੍ਰਿਕਾਂ ਦੇ ਜਿਹੜੇ ਆਰਡਰਸ ਹੁੰਦੇ ਨੇ ਉਹ ਸਰਕੂਲੇਟ ਹੁੰਦੇ ਰਹਿੰਦੇ ਨੇ ਕਿ ਇਹ ਆਰਡਰ ਜਿਹੜੇ ਹੈਗੇ ਉਹ ਜ਼ਿਲ੍ਹਾ ਲੁਧਿਆਣਾ ਦੇ ਵਾਸਤੇ ਵੀ ਜਿਵੇਂ ਐਪਲੀਕੇਬਲ ਹੋਣ। ਪੂਰੇ ਦਿਨ ਸਾਡੇ ਕੋਲ ਇਸ ਤਰ੍ਹਾਂ ਦੇ ਮੈਸੇजेस ਜਾਂ ਇਸ ਤਰ੍ਹਾਂ ਦੇ ਸਕਰੀਨਸ਼ਾਟ ਜਿਹੜੇ ਹੈਗੇ ਉਹ ਲੋਕ ਭੇਜਦੇ ਰਹਿੰਦੇ ਨੇ ਕਿ ਕੀ ਇਹ ਲੁਧਿਆਣਾ ਦੇ ਵਿੱਚ ਲਾਗੂ ਹੈ। ਜੇ ਉਹਨਾਂ ਆਰਡਰਾਂ ਨੂੰ ਵੀ ਚੰਗੀ ਤਰ੍ਹਾਂ ਦੇਖ ਲਵੇ ਤਾਂ ਉਹਦੇ ਵਿੱਚ ਕਿਤੇ ਵੀ ਡਿਸਟ੍ਰਿਕਟ ਦਾ ਨਾਂ ਵਗੈਰਾ ਨਹੀਂ ਲਿਖਿਆ ਹੁੰਦਾ। ਤਾਂ ਮੇਰੀ ਲੋਕਾਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਆਰਡਰਸ ਹੁੰਦੇ ਨੇ ਉਹਨਾਂ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਧਿਆਨ ਨਾ ਦਿੱਤਾ ਜਾਵੇ। ਅਸੀਂ ਡੇਲੀ ਬੇਸਿਸ ਤੇ ਆਪਣੇ ਜਿਹੜੇ ਆਰਡਰਸ ਹੈਗੇ ਉਹਨਾਂ ਨੂੰ ਸ਼ਾਮੀ ਵੀਡੀਓ ਦੇ ਰਾਹੀਂ ਤੇ ਉਸ ਤੋਂ ਇਲਾਵਾ ਪ੍ਰੈਸ ਦੇ ਰਾਹੀਂ ਪਲੱਸ DPRO ਦੀ ਵੈਬਸਾਈਟ ਜਿਹੜੀ ਆਪਣੀ ਟਵਿੱਟਰ ਹੈਂਡਲ ਔਰ ਉਹ ਹੈਗਾ ਫੇਸਬੁੱਕ ਹੈਗਾ ਉਸ ਦੇ ਰਾਹੀਂ ਅਸੀਂ ਆਪਣੇ ਆਰਡਰਸ ਨੂੰ ਅਪਲੋਡ ਕਰਦੇ ਰਹਿੰਦੇ ਹਾਂ। ਕਾਈਂਡਲੀ ਆਪਣੇ ਜਿਹੜੇ ਡਿਸਟ੍ਰਿਕਟ ਲੁਧਿਆਣਾ ਨਾਲ ਸੰਬੰਧਿਤ ਆਰਡਰ ਹੈਗੇ ਉਹਨਾਂ ਨੂੰ ਹੀ ਵੇਖਿਆ ਜਾਵੇ। ਬਾਕੀ ਡਿਸਟ੍ਰਿਕਾਂ ਦੇ ਵਿੱਚ ਜਿਹੜੇ ਆਰਡਰਸ ਹੋ ਰਹੇ ਨੇ ਉਹਨਾਂ ਨੂੰ ਇਸ ਦੇ ਵਿੱਚ ਇਹ ਨਾ ਸਮਝਿਆ ਜਾਵੇ ਕਿ ਉਹ ਆਰਡਰ ਜਿਹੜੇ ਹੈਗੇ ਉਹ ਇਸੇ ਤਰੀਕੇ ਨਾਲ ਲੁਧਿਆਣਾ ਦੇ ਵਿੱਚ ਵੀ ਐਪਲੀਕੇਬਲ ਹੋ ਜਾਣਗੇ, ਕਿਉਂਕਿ ਜਿਵੇਂ ਆਪ ਸਾਰਿਆਂ ਨੂੰ ਪਤਾ ਹੈਗਾ ਕਿ ਲਾਸਟ ਰੇਟਿੰਗ ਜਿਹੜੀ ਗਵਰਨਮੈਂਟ ਆਫ ਇੰਡੀਆ ਵੱਲੋਂ ਕੀਤੀ ਗਈ ਸੀਗੀ ਉਸ ਦੇ ਮੁਤਾਬਿਕ ਜ਼ਿਲ੍ਹਾ ਲੁਧਿਆਣਾ ਜਿਹੜਾ ਹੈਗਾ ਉਹ ਰੈੱਡ ਜ਼ੋਨ ਵਿੱਚ ਡਿਕਲੇਅਰ ਕੀਤਾ ਗਿਆ ਸੀਗਾ। ਤਾਂ ਇਸ ਕਰਕੇ ਹਰ ਇੱਕ ਚੀਜ਼ ਜਿਹੜੀ ਹੈਗੀ ਜਿਹੜੀ ਕਿ ਬਾਕੀ ਡਿਸਟ੍ਰਿਕਾਂ ਦੇ ਵਿੱਚ ਅਲਾਉਡ ਹੈਗੀ ਉਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪਰਮਿਟਡ ਨਹੀਂ ਹੋ ਸਕਦੀਆਂ ਹਨ। ਤਾਂ ਇਸ ਕਰਕੇ ਇਸ ਤਰ੍ਹਾਂ ਦੀ ਜਿਹੜੀਆਂ ਕਨਫਿਊਜ਼ਿੰਗ ਇਮੇजेस ਹੁੰਦੀਆਂ ਨੇ ਮੈਸੇजेस ਹੁੰਦੇ ਨੇ ਉਹਨਾਂ ਨੂੰ ਸਰਕੂਲੇਟ ਨਾ ਕਰਨ ਔਰ ਕੋਈ ਵੀ ਕਨਫਿਊਜ਼ਨ ਆਪਸ ਦੇ ਵਿੱਚ ਨਾ ਰੱਖਣ ਔਰ ਲੋਕਾਂ ਦੇ ਵਿੱਚ ਵੀ ਨਾ ਭੇਜਣ। ਇਸ ਤੋਂ ਇਲਾਵਾ ਕੇਵਲ ਜਿਹੜੀ ਨਵੀਂ ਇੰਸਟਰਕਸ਼ਨਸ ਹੈਗੀਆਂ ਸ਼ੌਪਸ ਦੇ ਬਾਰੇ, ਜਿਹੜੀਆਂ ਦੁਕਾਨਾਂ ਨੂੰ ਅਸੀਂ ਪਹਿਲਾਂ ਹੀ ਅਲਾਉ ਕੀਤਾ ਹੋਇਆ ਹੈ ਉਹ ਦੁਕਾਨਾਂ ਦੇ ਵਾਸਤੇ ਹੁਣ ਸਵੇਰੇ 7 ਵਜੇ ਤੋਂ ਸ਼ਾਮੀ 6 ਵਜੇ ਤੱਕ ਵਾਸਤੇ ਉਹਨਾਂ ਨੂੰ ਕਾਊਂਟਰ ਸੇਲ ਵਾਸਤੇ ਪਰਮਿਸ਼ਨ ਜਿਹੜੀ ਹੈਗੀ ਉਹ ਦੇ ਦਿੱਤੀ ਗਈ ਹੈ। ਹੁਣ ਲੋਕ ਜਿਹੜੇ ਹੈਗੇ ਜਿਨ੍ਹਾਂ ਦੁਕਾਨਾਂ ਨੂੰ ਅਸੀਂ ਪਹਿਲਾਂ ਅਲਾਉ ਕੀਤਾ ਸੀਗਾ ਕੇਵਲ ਉਹੀ ਦੁਕਾਨਾਂ ਜਿਹੜੀਆਂ ਹੈਗੀਆਂ ਉਹਨਾਂ ਸ਼ਰਤਾਂ ਦੇ ਉੱਤੇ ਹੀ ਸਵੇਰੇ 7 ਵਜੇ ਤੋਂ 6 ਵਜੇ ਤੱਕ ਖੁੱਲ੍ਹ ਸਕਦੀਆਂ ਹਨ। ਜਿਵੇਂ ਰੈਸਟੋਰੈਂਟਸ ਵਗੈਰਾ ਹੈਗੇ ਉਹ ਹਾਲੇ ਦੀ ਘੜੀ ਵੀ ਉਹ ਸਵੇਰੇ 7 ਵਜੇ ਤੋਂ ਸ਼ਾਮੀ 7 ਵਜੇ ਤੱਕ ਕੇਵਲ ਹੋਮ ਡਿਲੀਵਰੀ ਜਿਹੜੀ ਹੈਗੀ ਉਹੀ ਕਰ ਸਕਦੇ ਹਨ। ਉਹ ਕਾਊਂਟਰ ਸੇਲ ਜਾਂ ਡਾਈਨਿੰਗ ਜਿਹੜੀ ਹੈਗੀ ਉਹ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਕੱਲ ਸ਼ਾਮ ਤੋਂ ਲਿਕਰ ਵੈਂਟਸ ਜਿਹੜੇ ਹੈਗੇ ਜਿਨ੍ਹਾਂ ਨੂੰ ਸਰਕਾਰ ਵੱਲੋਂ ਕਾਫੀ ਪਹਿਲਾਂ ਹੀ ਮਨਜ਼ੂਰੀ ਜਿਹੜੀ ਸੀਗੀ ਉਹ ਦੇ ਦਿੱਤੀ ਗਈ ਸੀਗੀ ਬਟ ਕਿਸੇ ਕਾਰਨ ਕਰਕੇ ਨਹੀਂ ਖੁੱਲ੍ਹ ਰਹੇ ਸੀਗੇ, ਉਹ ਲਿਕਰ ਵੈਂਟਸ ਵੀ ਜਿਹੜੇ ਹੈਗੇ ਕੱਲ ਸ਼ਾਮ ਤੋਂ ਖੁੱਲ੍ਹਣੇ ਚਾਲੂ ਹੋ ਗਏ ਨੇ। ਉਹਨਾਂ ਦੇ ਵਾਸਤੇ ਵੀ ਕਰੰਟ ਟਾਈਮ ਜਿਹੜਾ ਹੈਗਾ ਉਹ ਸ਼ਾਮੀ 6 ਵਜੇ ਤੱਕ ਰੱਖਿਆ ਗਿਆ ਹੈ ਕਿ ਸ਼ਾਮੀ 6 ਵਜੇ ਤੱਕ ਉਹ ਖੋਲ੍ਹ ਸਕਦੇ ਨੇ। ਇਸ ਤੋਂ ਇਲਾਵਾ ਇੰਡਸਟਰੀ ਵਾਸਤੇ ਵੀ ਸਰਕਾਰ ਵੱਲੋਂ ਇੱਕ ਵੱਡੀ ਘੋਸ਼ਣਾ ਜਿਹੜੀ ਹੈਗੀ ਉਹ ਕੀਤੀ ਗਈ ਹੈਗੀ। ਕਾਫੀ ਏਰੀਆ ਜਿਹੜਾ ਹੈਗਾ ਉਹਨੂੰ ਖੋਲ੍ਹ ਦਿੱਤਾ ਗਿਆ ਹੈਗਾ ਜਿਸ ਦੇ ਵਿੱਚ ਮਿਕਸ ਇੰਡਸਟਰੀਆਂ ਜਿਹੜੀਆਂ ਹੈਗੀਆਂ ਹੁਣ ਚੱਲ ਸਕਦੀਆਂ ਹਨ। ਇਸ ਤੋਂ ਇਲਾਵਾ ਮੈਨੂੰ ਇਹ ਵੀ ਦੱਸਣ ਦੇ ਵਿੱਚ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪਿਛਲੇ 8-10 ਦਿਨਾਂ ਤੋਂ ਜਿਹੜੀ ਲਗਾਤਾਰ ਐਫਰਟਸ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਬਾਕੀ ਕਈ ਸਾਰੇ ਡਿਪਾਰਟਮੈਂਟਾਂ ਦੇ ਨਾਲ ਮਿਲ ਕੇ ਕੀਤੀ ਜਾ ਰਹੀ ਸੀਗੀ ਕਿ ਮਾਈਗ੍ਰੈਂਟਸ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਭੇਜਣ ਦੇ ਵਾਸਤੇ ਟ੍ਰੇਨਾਂ ਚਲਾਈਆਂ ਜਾ ਰਹੀਆਂ ਸੀਗੀਆਂ। ਅੱਜ ਸਾਡੀ 50ਵੀਂ ਵੀ ਟ੍ਰੇਨ 50th ਟ੍ਰੇਨ ਜਿਹੜੀ ਹੈਗੀ ਉਹ ਥੋੜ੍ਹੀ ਦੇਰ ਬਾਅਦ ਹੀ ਲੁਧਿਆਣੇ ਤੋਂ ਤੁਰਨ ਵਾਲੀ ਹੈ। ਤਾਂ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਮਿਹਨਤ ਕੀਤੀ ਹੈ, ਬਹੁਤ ਸਾਰੇ ਡਿਪਾਰਟਮੈਂਟਾਂ ਨੇ ਮਿਹਨਤ ਕੀਤੀ ਹੈ, ਕੋਆਰਡੀਨੇਸ਼ਨ ਕੀਤੀ ਹੈ, ਐਫਰਟ ਕੀਤੇ ਨੇ। ਤਾਂ ਇਹ ਸਾਰੇ ਦੇ ਸਾਰੇ ਡਿਪਾਰਟਮੈਂਟਾਂ ਨੂੰ, ਸਾਰੇ ਅਫਸਰ ਸਾਹਿਬਾਨ ਨੂੰ ਜਿਹੜੇ ਵੀ ਇਸ ਦੇ ਵਿੱਚ ਕੰਮ ਕਰ ਰਹੇ ਉਹਨਾਂ ਸਾਰਿਆਂ ਨੂੰ ਮੈਂ ਧੰਨਵਾਦ ਕਰਨਾ ਚਾਹਾਂਗਾ। ਤੇ ਅੱਜ ਮੈਂ ਇਹ ਅਪੋਰਚੁਨਿਟੀ ਨੂੰ, ਇਹ ਪਲੇਟਫਾਰਮ ਨੂੰ, ਇੱਕ ਅਪੋਰਚੁਨਿਟੀ ਨੂੰ ਵੀ ਸਾਰੇ ਲੋਕਾਂ ਨੂੰ ਧੰਨਵਾਦ ਕਰਨਾ ਚਾਹਾਂਗਾ ਕਿ ਜਿਹੜੇ ਵੀ NGO ਸਾਡੇ ਨਾਲ ਮੋੜੇ ਤੇ ਮੋੜਾ ਲਗਾ ਕੇ ਇੰਨੇ ਚਿਰ ਤੋਂ ਸਾਡੀ ਹੈਲਪ ਕਰ ਰਹੇ ਨੇ।
कई सारे वॉलंटियर्स, कई सारे NGO, कई सारी ऑर्गेनाइजेशन ਜਿਹੜੀਆਂ ਹੈਗੀਆਂ ਲਗਾਤਾਰ ਕੋਈ ਲੰਗਰ ਦੇ ਵਾਸਤੇ, ਕੋਈ ਡਰਾਈ ਰਾਸ਼ਨ ਦੇ ਵਾਸਤੇ, ਕੋਈ ਮੈਨ ਪਾਵਰ ਦੇ ਵਾਸਤੇ, ਕਈ ਸਾਰਿਆਂ ਨੇ ਹਸਪੀਟਲਾਂ ਦੇ ਵਿੱਚ ਸਾਨੂੰ ਸਹਿਯੋਗ ਦਿੱਤਾ ਹੋਇਆ ਹੈ। ਕਈਆਂ ਨੇ ਸਾਨੂੰ ਇਹ ਮਾਈਗ੍ਰੈਂਟਸ ਲੇਬਰ ਨੂੰ ਮੂਵ ਕਰਨ ਦੇ ਵਿੱਚ ਸਹਿਯੋਗ ਦਿੱਤਾ ਹੈ। ਇਹ ਸਾਰੀ ਕੀ ਸਾਰੀ ਆਰਗੇਨਾਈਜੇਸ਼ਨਸ, NGOs, ਵॉलंटियर्स ਦਾ ਮੈਂ ਧੰਨਵਾਦ ਕਰਨਾ ਚਾਹਾਂਗਾ ਕਿ ਇਹ ਸਾਰਿਆਂ ਨੇ ਜਿਸ ਤਰ੍ਹਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਸਹਿਯੋਗ ਦਿੱਤਾ ਹੈ ਤਾਂ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਸ ਕੋਵਿਡ ਦੀ ਲੜਾਈ ਨੂੰ ਹੁਣ ਤੱਕ ਲੜ ਪਾਏ ਹਾਂ ਔਰ ਸਾਨੂੰ ਉਮੀਦ ਹੈਗੀ ਕਿ ਇਹ ਲੜਾਈ ਜਿਹੜੀ ਹੈਗੀ ਉਹਦੇ ਵਿੱਚ ਅੱਗੇ ਵੀ ਉਹਨਾਂ ਵੱਲੋਂ ਸਾਨੂੰ ਸਹਿਯੋਗ ਦਿੱਤਾ ਜਾਂਦਾ ਰਹੇ। ਧੰਨਵਾਦ।